Dear students, welcome back. Our today's topic is counseling interview. काउंसलिंग इंटरव्यू ਦਾ ਮੀਨਿੰਗ ਮੈਂ ਤੁਹਾਨੂੰ ਕਰਵਾ ਚੁੱਕੀ ਹਾਂ। ਇਹ ਇੰਗਲਿਸ਼ ਮੀਡੀਅਮ ਵਾਲੇ ਬੱਚੇ ਜੋ ਡਿਮਾਂਡ ਕਰ ਰਹੇ ਸੀ ਉਹਨਾਂ ਦੇ ਲਈ ਮੈਂ ਵੀਡੀਓ ਪਾ ਰਹੀ ਹਾਂ ਸਪੈਸ਼ਲੀ, ਤੇ ਇਸ ਕਰਕੇ ਮੈਂ ਇਹਨੂੰ ਪਰਪਸ ਤੋਂ ਹੀ ਸਟਾਰਟ ਕਰਾਂਗੀ। ਕਾਉਂਸਲਿੰਗ ਇੰਟਰਵਿਊ ਦਾ ਜਸਟ ਤੁਹਾਨੂੰ ਮੀਨਿੰਗ ਦੱਸ ਦਿੰਦੀ ਹਾਂ ਕਿ ਇਸ ਤਰ੍ਹਾਂ ਦੀ ਇੰਟਰਵਿਊ ਜਿਹਦੇ ਵਿੱਚ ਕੋਈ ਸਲਾਹ ਦਿੱਤੀ ਜਾਂਦੀ ਹੈ ਤੇ ਇੱਕ ਵਿਅਕਤੀ ਦੁਆਰਾ ਸਲਾਹ ਲਈ ਜਾਂਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਕਾਉਂਸਲਿੰਗ ਇੰਟਰਵਿਊ। ਮੀਨਜ਼ ਜੋ ਕਿਸੇ ਪਰਪਸ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੀ ਜਾਂਦੀ ਹੈ। ਫਸਟ ਅਸੀਂ ਇਹਦੇ ਵਿੱਚ ਗੱਲ ਕਰਾਂਗੇ ਪਰਪਸਿਸ ਔਰ ਫੰਕਸ਼ਨਸ ਆਫ ਕਾਉਂਸਲਿੰਗ ਇੰਟਰਵਿਊ। ਸਭ ਤੋਂ ਪਹਿਲਾਂ ਟੂ ਗੈਟ ਅਕੁਆਇੰਟੈਂਸ ਵਿਦ ਕਾਉਂਸਲੀ ਇਨ ਆਰਡਰ ਟੂ ਐਸਟੈਬਲਿਸ਼ ਫਰੈਂਡਲੀ ਰਿਲੇਸ਼ਨਸ ਵਿਦ ਹਿਮ। ਮੀਨਸ ਕਿ ਜਿਹੜਾ ਕਾਉਂਸਲੀ ਹੈ, ਜੋ ਸਲਾਹ ਲੈਣ ਵਾਲਾ ਹੈ, ਉਹਦੇ ਨਾਲ ਫਰੈਂਡਲੀ ਰਿਲੇਸ਼ਨ ਐਸਟੈਬਲਿਸ਼ ਕਰਨਾ ਇਹਦਾ ਇੱਕ ਮੇਨ ਪਰਪਸ ਹੈ। ਦ ਪਰਪਸ ਇਜ਼ ਟੂ ਹੈਵ ਅ ਫੇਸ ਟੂ ਫੇਸ ਟਾਕ ਵਿਦ ਦ ਕਾਉਂਸਲੀ ਐਂਡ ਟੂ ਅਸਿਸਟ ਹਿਮ। ਮੀਨਸ ਇਹਦੇ ਵਿੱਚ ਫੇਸ ਟੂ ਫੇਸ ਜਿਹੜੀ ਇੰਟਰੈਕਸ਼ਨ ਹੁੰਦੀ ਹੈ, ਟਾਕ ਹੁੰਦੀ ਹੈ, ਉਹ ਕਾਉਂਸਲੀ ਦੇ ਨਾਲ ਹੁੰਦੀ ਹੈ ਅਤੇ ਉਹਨੂੰ ਹੈਲਪ ਦੇਣ ਦੇ ਪਰਪਸ ਦੇ ਨਾਲ ਕੀਤੀ ਜਾਂਦੀ ਹੈ। ਨੈਕਸਟ ਹੈ ਟੂ ਕਲੈਕਟ ਇਨਫੋਰਮੇਸ਼ਨ ਫਰੋਮ ਦਾ ਕਾਉਂਸਲੀ। ਅਗਲਾ ਉਦੇਸ਼ ਕਿ ਜਿਹੜਾ ਕਾਉਂਸਲੀ ਆ ਉਹਦੇ ਤੋਂ ਜਿਹੜੀ ਇਨਫੋਰਮੇਸ਼ਨ ਆ ਉਹ ਕਲੈਕਟ ਕਰਨਾ। ਨੈਕਸਟ ਹੈ ਟੂ ਇੰਪਾਰਟ ਇਨਫੋਰਮੇਸ਼ਨ ਟੂ ਦਾ ਕਾਉਂਸਲੀ। ਫਿਰ ਕਾਉਂਸਲੀ ਨੂੰ ਇਨਫੋਰਮੇਸ਼ਨ ਦੇਣਾ, ਜੋ ਇਨਫੋਰਮੇਸ਼ਨ ਅਸੀਂ ਇਕੱਠੀ ਕੀਤੀ ਹੈ ਉਸ ਦੇ ਬੇਸ 'ਤੇ ਉਹਨੂੰ ਇਨਫੋਰਮ ਕਰਨਾ, ਮੀਨਜ਼ ਉਹਨੂੰ ਸਲਾਹ ਦੇਣੀ। ਟੂ ਮੋਟੀਵੇਟ ਦਾ ਕਾਉਂਸਲੀ ਐਂਡ ਐਨੇਬਲ ਹਿਮ ਟੂ ਟੇਕ ਇੰਟਰਸਟ ਇਨ ਹਿਮਸੈਲਫ। ਫਿਰ ਜਿਹੜਾ ਕਾਉਂਸਲੀ ਹੈ ਉਹਨੂੰ ਮੋਟੀਵੇਟ ਕਰਨਾ ਕਿ ਉਹ ਇੰਟਰਸਟ ਲਵੇ। ਟੂ ਹੈਲਪ ਦਾ ਕਾਉਂਸਲੀ ਇਨ ਸੋਲਵਿੰਗ ਐਜੂਕੇਸ਼ਨਲ, ਵੋਕੇਸ਼ਨਲ ਐਂਡ ਸਾਈਕੋਲੋਜੀਕਲ ਪ੍ਰੋਬਲਮਸ ਐਂਡ ਮੇਕਿੰਗ ਐਡਜਸਟਮੈਂਟ। ਮੀਨਸ ਕਾਉਂਸਲੀ ਨੂੰ ਇਸ ਯੋਗ ਬਣਾਉਣਾ ਜਾਂ ਉਹਦੀ ਇਹਦੇ ਵਿੱਚ ਹੈਲਪ ਕਰਨੀ ਕਿ ਉਹ ਭਾਵੇਂ ਐਜੂਕੇਸ਼ਨਲ, ਵੋਕੇਸ਼ਨਲ, ਸਾਈਕੋਲੋਜੀਕਲ ਜਾਂ ਕਿਸੇ ਵੀ ਤਰ੍ਹਾਂ ਦੇ ਪ੍ਰੋਬਲਮਸ ਨੇ ਉਹਨਾਂ ਦੇ ਵਿੱਚ ਐਡਜਸਟ ਕਰਨਾ ਸਿੱਖੇ। ਨੈਕਸਟ ਅਸੀਂ ਹੁਣ ਗੱਲ ਕਰਾਂਗੇ ਸਟੈਪਸ ਆਫ ਕਾਉਂਸਲਿੰਗ ਇੰਟਰਵਿਊ, ਕਿ ਜਿਹੜੀ ਕਾਉਂਸਲਿੰਗ ਇੰਟਰਵਿਊ ਉਹਦੇ ਵਿੱਚ ਕਿਹੜੇ ਸਟੈਪਸ ਨੂੰ ਫੋਲੋ ਕੀਤਾ ਜਾਂਦਾ ਹੈ। ਫਸਟ ਹੈ ਪ੍ਰੈਪਰੇਸ਼ਨ ਫॉर ਦਾ ਇੰਟਰਵਿਊ। ਪਹਿਲਾ ਸਟੈਪ ਕਿ ਇੰਟਰਵਿਊ ਦੀ ਤਿਆਰੀ ਕਰਨਾ। ਹੁਣ ਇਹਦੇ ਵਿੱਚ ਵੀ ਕੁਝ ਅੱਗੋਂ ਹੋਰ ਸਬ ਸਟੈਪਸ ਨੇ। ਫਸਟ ਹੈ ਸ਼ਡਿਊਲ ਆਫ ਇੰਟਰਵਿਊ ਪ੍ਰੋਗਰਾਮ। ਇੱਕ ਜਿਹੜਾ ਇੰਟਰਵਿਊ ਪ੍ਰੋਗਰਾਮ ਹੈ ਉਹਨੂੰ ਸ਼ਡਿਊਲ ਕਰਨਾ। ਸ਼ਡਿਊਲ ਆਫ ਇੰਟਰਵਿਊ ਪ੍ਰੋਗਰਾਮ ਵੀ ਪ੍ਰਪੇਅਰਡ ਇਨ ਐਡਵਾਂਸ ਦੇ ਵਿੱਚ ਹੀ ਬਣਾਇਆ ਜਾਏਗਾ। ਦ ਡੇਟ ਐਂਡ ਟਾਈਮ ਆਫ ਇੰਟਰਵਿਊ ਆਫ ਈਚ ਪਿਊਪਲ ਇਨ ਦਾ ਕਲਾਸ ਸ਼ੁੱਡ ਬੀ ਨੋਟੀਫਾਈਡ। ਮੀਨਜ਼ ਇਹ ਕਲਾਸ ਦੇ ਵਿੱਚ ਸਾਰੇ ਬੱਚਿਆਂ ਨੂੰ ਨੋਟੀਫਾਈਡ ਇਹਦੇ ਬਾਰੇ ਕਰ ਦਿੱਤਾ ਜਾਏਗਾ, ਜੋ ਡੇਟ ਐਂਡ ਟਾਈਮ ਉਹਦਾ ਰੱਖਿਆ ਜਾਏਗਾ। ਨੈਕਸਟ ਹੈ ਫਿਜ਼ੀਕਲ ਸੈਟਿੰਗ। ਐਨ ਅਸੈਂਸ਼ੀਅਲ ਪ੍ਰੈਪਰੇਸ਼ਨ ਫॉर ਐਨ ਇਫੈਕਟਿਵ ਇੰਟਰਵਿਊ ਇਜ਼ ਦਾ ਪ੍ਰੋਪਰ ਫਿਜ਼ੀਕਲ ਸੈਟਿੰਗ ਐਂਡ ਇਨਵਾਇਰਨਮੈਂਟ। ਮੀਨਜ਼ ਜਿੱਥੇ ਇੰਟਰਵਿਊ ਲੈਣੀ ਹੈ ਉੱਥੇ ਦਾ ਜਿਹੜਾ ਇਨਵਾਇਰਨਮੈਂਟ ਹੈ ਉੱਥੇ ਤੇ ਜਿਹੜੀ ਫਿਜ਼ੀਕਲ ਸੈਟਿੰਗ ਹੈ ਉਹਨੂੰ ਪ੍ਰੋਪਰ ਬਣਾਉਣਾ। ਇਟ ਸ਼ੁੱਡ ਬੀ ਕੰਡਕਟਡ ਇਨ ਦਾ ਪ੍ਰਾਈਵੇਟ ਰੂਮ ਫਰੀ ਫਰੋਮ ਨੋਇਜ਼, ਡਿਸਟਰੈਕਸ਼ਨ ਔਰ ਡਿਸਟਰਬੈਂਸ। ਮੀਨਜ਼ ਜਿਹੜਾ ਰੂਮ ਹੈ ਉਹ ਬਿਲਕੁਲ ਪ੍ਰਾਈਵੇਟ ਹੋਣਾ ਚਾਹੀਦਾ, ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਨੋਇਜ਼, ਡਿਸਟਰੈਕਸ਼ਨ ਅਤੇ ਡਿਸਟਰਬੈਂਸ ਨਾ ਹੋਵੇ। ਅ ਪ੍ਰੋਪਰਲੀ ਲਾਈਟਡ ਰੂਮ ਵਿਦ ਸੁਟੇਬਲ ਟੈਂਪਰੇਚਰ ਕੰਡੀਸ਼ਨ ਐਂਡ ਦਾ ਕੰਫਰਟੇਬਲ ਸੀਟ ਫॉर ਦਾ ਕਾਉਂਸਲੀ ਮਸਟ ਬੀ ਇਨਸ਼ੋਰਡ। ਮੀਨਸ ਬੈਠਣ ਦੇ ਲਈ ਜਗ੍ਹਾ ਵਗੈਰਾ ਸਹੀ ਹੋਣੀ ਚਾਹੀਦੀ ਹੈ ਅਤੇ ਜਿਹੜਾ ਰੂਮ ਹੈ ਉਹ ਵੈਲ ਲਾਈਟਨਡ ਅਤੇ ਉਹਦਾ ਜਿਹੜਾ ਸੁਟੇਬਲ ਟੈਂਪਰੇਚਰ ਹੋਣਾ ਚਾਹੀਦਾ ਹੈ। ਨੈਕਸਟ ਹੈ ਔਰਗਨਾਈਜ਼ਡ ਮਟੀਰੀਅਲ। ਫਿਰ ਜਿਹੜਾ ਮਟੀਰੀਅਲ ਅਸੀਂ ਨੇ ਔਰਗਨਾਈਜ਼ ਕਰਨਾ, ਮੀਨਜ਼ ਜਿਹਦੀ ਸਾਨੂੰ ਜ਼ਰੂਰਤ ਹੈ। Material required for the interview should be organized and planned. Even the opening sentence must be thought of. Means ਜੋ ਅਸੀਂ ਗੱਲਬਾਤ ਪੁੱਛਣੀ ਹੈ ਉਹਨਾਂ ਰਿਲੇਟਡ ਸਾਡੇ ਕੋਲ ਮਟੀਰੀਅਲ ਪਹਿਲਾਂ ਹੀ ਕੁਐਸਚਨ ਤਿਆਰ ਹੋਣੇ ਚਾਹੀਦੇ ਨੇ। ਮੀਨਜ਼ ਇਹ ਵੈਲ ਔਰਗਨਾਈਜ਼ਡ ਅਤੇ ਵੈਲ ਪਲੈਨਡ ਹੋਣਾ ਚਾਹੀਦਾ ਸਾਰਾ ਕੁਛ। ਅਤੇ ਮੀਨਜ਼ ਜਿਹੜੇ ਕੋਈ ਵੀ ਸੈਂਟੈਂਸ ਅਸੀਂ ਨੇ ਯੂਜ਼ ਕਰਨੇ ਨੇ ਉਹਨਾਂ ਬਾਰੇ ਅਸੀਂ ਸੋਚਣਾ ਹੈ। ਪ੍ਰੀ ਇੰਟਰਵਿਊ ਕਨਵਰਸੇਸ਼ਨ। ਇੰਟਰਵਿਊ ਤੋਂ ਸਟਾਰਟ ਹੋਣ ਤੋਂ ਪਹਿਲਾਂ ਵੀ ਕਨਵਰਸੇਸ਼ਨ ਕਰਨੀ ਹੈ। Pre-interview conversation is essential where the interviewee is reserved. Means ਜਿਹੜਾ ਇੰਟਰਵਿਊ ਹੈ ਜਿੱਥੇ ਰਿਜ਼ਰਵ ਹੋਵੇ। ਰਿਜ਼ਰਵ ਮੀਨਸ ਜਿਹੜਾ ਆਪਣੀ ਗੱਲਬਾਤ ਨੂੰ ਖੁੱਲ੍ਹ ਕੇ ਨਾ ਕਰ ਸਕਦਾ ਹੋਵੇ। Appropriate topics for discussion for the pre-interview are hobbies, sports or school events. ਹੁਣ ਕਿਸ ਤਰ੍ਹਾਂ ਦੀ ਗੱਲਾਂ ਕਰਨੀਆਂ ਨੇ ਉਹਦੇ ਨਾਲ, ਉਹਦੀ ਹੌਬੀਜ਼ ਦੇ ਨਾਲ ਰਿਲੇਟਡ, ਸਪੋਰਟਸ ਦੇ ਨਾਲ ਰਿਲੇਟਡ ਅਤੇ ਸਕੂਲ ਈਵੈਂਟਸ ਦੇ ਨਾਲ ਰਿਲੇਟਡ। ਨੈਕਸਟ ਹੈ ਐਸਟੈਬਲਿਸ਼ਿੰਗ ਰੈਪਡ। ਰੈਪਡ ਮੀਨਸ ਸੰਬੰਧ ਸਥਾਪਿਤ ਕਰਨੇ। Rapport should be essential. Rapport is characterized by mutual respect, cooperation, friendliness, sincerity and mutual confidence. Means respect ਵੀ ਦੇਣੀ ਹੈ, ਉਹਨੂੰ ਕੋਆਪਰੇਟ ਵੀ ਕਰਨਾ ਹੈ ਅਤੇ ਉਹਨਾਂ ਫਰੈਂਡਲੀ ਬਿਹੇਵ ਕਰਨਾ ਹੈ ਅਤੇ ਸਿੰਸੀਅਰਲੀ ਅਤੇ ਮਿਊਚੁਅਲ ਉਹਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਆਉਣਾ ਹੈ। ਸੈਕਿੰਡ ਸਟੈਪ ਹੈ ਅਨਫੋਲਡਿੰਗ ਦਾ ਪ੍ਰੋਬਲਮ। ਅਨਫੋਲਡਿੰਗ ਦਾ ਪ੍ਰੋਬਲਮ ਮੀਨਸ ਅਰਾਈਵ ਟੂ ਦਾ ਪ੍ਰੋਬਲਮ। ਮੀਨਸ ਪ੍ਰੋਬਲਮ 'ਤੇ ਪਹੁੰਚਣਾ, ਕਿਉਂਕਿ ਅਸੀਂ ਉਹਨਾਂ ਗੱਲਬਾਤ ਕਰਨੀ ਸਟਾਰਟ ਕਰ ਲਈ, ਹੌਲੀ ਹੌਲੀ ਅਸੀਂ ਜਿਹੜੀ ਪ੍ਰੋਬਲਮ ਹੈ ਉਹਨੂੰ ਅਨਫੋਲਡ ਕਰਨਾ ਹੈ। ਫਿਰ ਇਹਦੇ ਵਿੱਚ ਕਿਹੜੇ ਮੈਥਡ ਨੇ। ਫਸਟ ਹੈ
ਇਹਦੇ ਵਿੱਚ ਅਸੀਂ ਓਬਜ਼ਰਵੇਸ਼ਨ, 2 ਥਿੰਗਸ ਸ਼ੁੱਡ ਬੀ ਓਬਜ਼ਰਵਡ, ਜਿਹੜੀਆਂ ਚੀਜ਼ਾਂ ਓਬਜ਼ਰਵ ਕਰਨੀਆਂ ਨੇ। ਪਹਿਲਾ ਫਿਜ਼ੀਕਲ ਰਿਐਕਸ਼ਨ ਆਫ ਦ ਕਲਾਇੰਟ, ਮੀਨਸ ਜੋ ਵਿਅਕਤੀ ਇੰਟਰਵਿਊ ਦੇ ਰਿਹਾ ਕਲਾਇੰਟ ਹੈ ਉਹਦੇ ਅਸੀਂ ਫਿਜ਼ੀਕਲ ਰਿਐਕਸ਼ਨ ਦੇਖਣੇ ਨੇ, ਉਹਦੀ ਬਾਡੀ ਲਈ ਟੈਨਸ਼ਨ ਦੇਖਣੀ ਹੈ, ਐਕਸਾਈਟਮੈਂਟ ਅਤੇ ਬਲਸ਼ਿੰਗ ਦੇਖਣੀ ਆ। ਫਿਰ ਓਬਜ਼ਰਵੇਸ਼ਨ ਆਫ ਕਲੂਜ਼ ਫॉर ਅੰਡਰਸਟੈਂਡਿੰਗ ਦਾ ਪ੍ਰੋਬਲਮ, ਫਿਰ ਜਿਹੜੇ ਕਲੂਜ਼ ਦਿੱਤੇ ਆ ਉਹਨਾਂ ਨੂੰ ਓਬਜ਼ਰਵ ਕਰਨਾ ਜੋ ਕਿ ਪ੍ਰੋਬਲਮ ਨੂੰ ਅੰਡਰਸਟੈਂਡ ਕਰਨ ਦੇ ਲਈ ਸੀ। ਸੈਕਿੰਡ ਹੈ ਲਿਸਨਿੰਗ, ਫਿਰ ਅਸੀਂ ਜੋ ਇੰਟਰਵਿਊਅਰ ਹੈ ਉਹਨੇ ਲਿਸਨ ਕਰਨਾ ਹੈ, ਉਹਨੂੰ ਸੁਣਨਾ ਹੈ, ਮੀਨਸ ਉਹ ਤੋਂ ਕਿਸ ਤਰ੍ਹਾਂ ਦੇ ਕੁਐਸਚਨ ਪੁੱਟਣੇ ਜੋ ਕਿ ਪੁੱਛ ਸਕਦੇ ਹਾਂ, ਜੋ ਕਿ ਇੰਪੋਰਟੈਂਟ ਹੋਣ, ਸਿਊਟੇਬਲ ਹੋਣ ਅਤੇ ਲਿਮਿਟਡ ਕੁਐਸਚਨਸ ਹੋਣ। ਕੁਐਸਚਨ ਸ਼ੁੱਡ ਬੀ ਵੈਲ ਵਰਡਡ, ਅਤੇ ਉਹ ਸਹੀ ਤਰੀਕੇ ਨਾਲ ਉਹਦੇ ਵਿੱਚ ਜਿਹੜੇ ਵਰਡਸ ਨੇ ਉਹ ਯੂਜ਼ ਕੀਤੇ ਹੋਣੇ ਚਾਹੀਦੇ ਨੇ। ਫਿਰ ਹੈ ਟਾਕਿੰਗ, ਟਾਕਿੰਗ ਮੀਨਸ ਗੱਲਬਾਤ ਕਰਨਾ। ਪ੍ਰੋਬਲਮ ਕੈਨ ਬੀ ਆਲਸੋ ਅਨਫੋਲਡ ਵਿਦ ਦ ਹੈਲਪ ਆਫ ਟਾਕਿੰਗ ਆਫ ਮਿਊਚੁਅਲ ਕਨਵਰਸੇਸ਼ਨ ਬਿਟਵੀਨ ਦਾ ਕਾਉਂਸਲਰ ਐਂਡ ਦਾ ਕਾਉਂਸਲੀ, ਮੀਨਸ ਜਦੋਂ ਦੋਨੋਂ ਆਪਸ ਦੇ ਵਿੱਚ ਗੱਲਬਾਤ ਕਰਨਗੇ ਤਾਂ ਉਹਦੇ ਨਾਲ ਜਿਹੜੀ ਪ੍ਰੋਬਲਮ ਹੈ ਉਹ ਅਨਫੋਲਡ ਹੁੰਦੀ ਜਾਏਗੀ। ਨੈਕਸਟ ਥਰਡ ਹੈ ਜੁਆਇੰਟ ਵਰਕਿੰਗ ਆਫ ਦਾ ਪ੍ਰੋਬਲਮ, ਫਿਰ ਪ੍ਰੋਬਲਮ ਦੇ ਉੱਪਰ ਕਾਉਂਸਲਰ ਅਤੇ ਕਾਉਂਸਲੀ ਦੋਵਾਂ ਨੇ ਜੁਆਇੰਟ ਐਫਰਟਸ ਕਰਨੇ ਨੇ। ਜੁਆਇੰਟ ਐਫਰਟਸ ਮੀਨਸ ਮਿਲ ਕੇ ਜਿਹੜੇ ਸਟੈਪ ਨੇ ਉਹ ਉਠਾਉਣੇ ਨੇ। ਹੇਅਰ ਦ ਕਾਉਂਸਲਰ ਇਜ਼ ਟੇਕਨ ਇਨ ਟੂ ਕੌਨਫੀਡੈਂਸ, ਹੁਣ ਜਿਹੜਾ ਕਾਉਂਸਲਰ ਹੈ ਕਾਉਂਸਲੀ ਨੂੰ ਕੌਨਫੀਡੈਂਸ ਦੇ ਵਿੱਚ ਲੈਂਦਾ ਹੈ ਅਤੇ ਉਹਦੇ ਅਕੋਰਡਿੰਗ ਉਤੋਂ ਜੋ ਵੀ ਕੁਐਸਚਨ ਪੁੱਟ ਕੀਤੇ ਜਾਂਦੇ ਨੇ ਉਹਦੇ ਰਿਸਪੌਂਸ ਨੇ ਜਿਹੜੇ ਉਹਨਾਂ ਨੂੰ ਨੋਟ ਕਰਦਾ ਰਹਿੰਦਾ ਹੈ। ਅਤੇ ਹੁਣ ਇਹਦੇ ਵਿੱਚ ਕੁਛ ਟੈਕਨੀਕਸ ਨੇ, ਮੀਨਸ ਜੇ ਉਹਨਾਂ ਨੇ ਇਕੱਠੇ ਵਰਕ ਕਰਨਾ, ਸਭ ਤੋਂ ਪਹਿਲਾਂ ਸਿੰਪੈਥੀ, ਮੀਨਸ ਉਹਦੇ ਨਾਲ ਸਿੰਪੈਥੀ ਸ਼ੋਅ ਕਰਨੀ ਹੈ। ਫਿਰ ਅਸਿਓਰੈਂਸ ਮੀਨਸ ਉਹਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਆਉਣਾ ਹੈ ਤਾਂ ਜੋ ਜਿਹੜਾ ਕਾਉਂਸਲੀ ਆਪਣੀ ਪ੍ਰੋਬਲਮ ਨੂੰ ਸੋਲਵ ਕਰਨ ਦੇ ਵਿੱਚ ਕਾਉਂਸਲਰ ਦੀ ਹੈਲਪ ਕਰ ਸਕੇ। ਨੈਕਸਟ ਹੈ ਹਿਊਮਰ, ਮੇਕ ਯੂਜ਼ ਆਫ ਹਿਊਮਰ ਇਨ ਆਰਡਰ ਟੂ ਰਿਮੂਵ ਦ ਟੈਨਸ਼ਨ ਆਫ ਦ ਕਲਾਇੰਟ। ਪਰਸਨਲ ਰੈਫਰੈਂਸ, ਹੁਣ ਕੁਛ ਜਿਹੜੇ ਪਰਸਨਲ ਰੈਫਰੈਂਸ ਨੇ ਉਹ ਵੀ ਦਿੱਤੇ ਜਾ ਸਕਦੇ ਨੇ ਟੂ ਦ ਕਲਾਇੰਟ ਟੂ ਇਲਸਟਰੇਟ ਹਿਜ਼ ਪੁਆਇੰਟ ਆਫ ਵਿਊ। ਨੈਕਸਟ ਹੈ ਨੋਨ ਪਰਸਨਲ ਰੈਫਰੈਂਸਸ, ਨੋਨ ਪਰਸਨਲ ਰੈਫਰੈਂਸਸ ਵੀ ਦਿੱਤੇ ਜਾ ਸਕਦੇ ਨੇ ਜਿਹੜੇ ਕਿ ਅਦਰ ਪਰਸਨਸ ਹੂ ਹੈਡ ਸਿਮੀਲਰ ਡਿਫੀਕਲਟੀਜ਼, ਜਿਹੜੇ ਕਿ ਕਿਸੇ ਹੋਰ ਨੂੰ ਵੀ ਇਸ ਤਰ੍ਹਾਂ ਦੀ ਜੋ ਸਿਮੀਲਰ ਪ੍ਰੋਬਲਮ ਹੈ ਉਹ ਉਹਨਾਂ ਨੇ ਫੇਸ ਕੀਤੀ ਹੋਵੇ। ਮੀਨਸ ਦੋਨੋਂ ਤਰ੍ਹਾਂ ਦੇ ਹੀ ਅਸੀਂ ਦੱਸ ਸਕਦੇ ਹਾਂ, ਪਰਸਨਲ ਅਤੇ ਨੋਨ ਪਰਸਨਲ। ਇੱਕ ਜਿਹੜਾ ਪਰਸਨਲ ਆ ਉਹ ਕਾਉਂਸਲਰ ਆਪਣੇ ਬਾਰੇ ਦੱਸੇਗਾ ਅਤੇ ਨੋਨ ਪਰਸਨਲ ਕਿਸੇ ਹੋਰ ਦੀ ਐਗਜ਼ਾਮਪਲ ਲੈ ਕੇ ਸਮਝਾਏਗਾ। ਨੈਕਸਟ ਹੈ ਰੈਫਰੈਂਸ ਟੂ ਕਾਉਂਸਲੀਜ਼ ਵਰਡਸ, ਫਿਰ ਸਮਟਾਈਮਜ਼ ਸਟਾਰਟ ਨਿਊ ਟੋਪਿਕ ਫॉर ਡਿਸਕਸ਼ਨ ਫॉर ਰੈਫਰਿੰਗ ਟੂ ਦ ਸਟੇਟਮੈਂਟ ਮੇਡ ਬਾਈ ਦਾ ਕਾਉਂਸਲਿੰਗ। ਹੁਣ ਦੇਖੋ ਜਦ ਗੱਲਬਾਤ ਹੁੰਦੀ ਹੈ ਤਾਂ ਉਹਦੇ ਵਿੱਚ ਕਈ ਵਾਰ ਕੁਛ ਹੋਰ ਗੱਲ ਨਿਕਲ ਆਉਂਦੀ ਹੈ ਤਾਂ ਉਹਦੇ ਅਕੋਰਡਿੰਗ ਕੀ ਕਹਿਣਾ ਹੈ ਵੀ ਕਾਉਂਸਲੀ ਦੇ ਜਿਹੜੇ ਵਰਡਸ ਨੇ ਉਹਨਾਂ ਨੂੰ ਰੈਫਰੈਂਸ ਦੇਣਾ ਹੈ। ਨੈਕਸਟ ਹੈ ਥ੍ਰੈਟ, ਸਮਟਾਈਮਜ਼ ਟਰਾਈ ਟੂ ਸ਼ੋ ਦ ਇੰਟਰਵਿਊ ਟੂ ਗ੍ਰੇਵ consequences that may result if he follows a wrong course of action, ਮੀਨਸ ਅਸੀਂ ਉਹਨੂੰ ਥੋੜ੍ਹਾ ਧਮਕੀ ਵੀ ਦੇ ਸਕਦੇ ਕਿ ਜੇਕਰ ਤੁਸੀਂ ਸਹੀ ਇਨਫੋਰਮੇਸ਼ਨ ਨਹੀਂ ਦਿਓਗੇ ਤਾਂ ਮੈਂ ਤੁਹਾਨੂੰ ਸਹੀ ਤਰੀਕੇ ਨਾਲ ਜਿਹੜੀ ਇਨਫੋਰਮੇਸ਼ਨ ਆ ਉਹ ਨਹੀਂ ਦੇ ਪਾਵਾਂਗਾ। ਨੈਕਸਟ ਹੈ ਅਪਰੂਵਲ, ਟੈਂਪਰੇਰੀ ਅਪਰੂਵਲ ਆਫ ਦ ਐਕਸ਼ਨ ਆਫ ਦ ਕਾਉਂਸਲੀ ਸ਼ੁੱਡ ਬੀ ਗਿਵਨ ਇਨ ਆਰਡਰ ਟੂ ਇਨਕਰੀਜ਼ ਹਿਜ਼ ਫੀਲਿੰਗਸ। ਹਨੀ ਮੀਨਸ ਕਿ ਸਿਰ ਹਿਲਾਉਣਾ ਹੈ ਕਿ ਹਾਂ, ਵਿੱਚ ਬੋਲ ਕੇ ਵੀ ਕਹਿਣਾ ਵੀ ਠੀਕ ਹੈ, ਓਕੇ, ਟੈਲ ਮੀ ਵਾਟ ਹੈਪਨਡ ਅਗੇਨ, ਠੀਕ ਹੈ, ਸਾਰੀਆਂ ਗੱਲਾਂ ਦੇ ਨਾਲ ਅਸੀਂ ਅਪਰੂਵਲ ਦੇਣੀ ਹੈ ਤਾਂ ਜੋ ਜਿਹੜਾ ਕਾਉਂਸਲੀ ਹੈ ਉਹਨੂੰ ਲੱਗੇ ਕਿ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਆ ਜਾ ਰਿਹਾ। ਨੈਕਸਟ ਫੋਰਥ ਹੈ ਕਲੋਜ਼ਿੰਗ ਆਫ ਦਾ ਇੰਟਰਵਿਊ, ਕਿ ਇੰਟਰਵਿਊ ਨੂੰ ਕਲੋਜ਼ ਕਰਨਾ। ਇੰਟਰਵਿਊ ਸ਼ੁੱਡ ਨਾਟ ਬੀ ਕਲੋਜ਼ਡ ਅਬਰਪਟਲੀ, ਮੀਨਸ ਇੱਕਦਮ ਨਹੀਂ ਉਹਨੂੰ ਕਲੋਜ਼ ਕਰਨਾ। ਸੀ ਦੈਟ ਦ ਕਲਾਇੰਟ ਇਜ਼ ਸੈਟਿਸਫਾਈਡ ਐਂਡ ਸਮਰਾਈਜ਼ ਦ ਹੋਲ ਇਸ਼ੂ ਇਨ ਅ ਫਿਊ ਸੈਂਟੈਂਸਸ। ਅਸੀਂ ਦੇਖਣਾ ਹੈ ਕਿ ਜਿਹੜਾ ਕਲਾਇੰਟ ਹੈ ਕਿ ਉਹ ਸੈਟਿਸਫਾਈਡ ਹੋ ਗਿਆ ਇੰਟਰਵਿਊ ਤੋਂ ਬਾਅਦ। ਫਿਰ ਜੋ ਅਸੀਂ ਇੰਟਰਵਿਊ ਦੇ ਦੌਰਾਨ ਕਾਉਂਸਲਰ ਨੇ ਦੇਖਿਆ ਤਾਂ ਉਹਨੂੰ ਕੁਝ ਸੈਂਟੈਂਸਸ ਦੇ ਵਿੱਚ ਸਮਰਾਈਜ਼ ਵੀ ਕਰਨਾ ਹੈ, ਮੀਨਸ ਉਹਨੂੰ ਦੱਸਣਾ ਹੈ ਕਿ ਮੈਂ ਇਹ ਰਿਜ਼ਲਟ 'ਤੇ ਪਹੁੰਚ ਰਿਹਾ। ਫਿਕਸ ਟਾਈਮ ਇਫ ਦੇਅਰ ਇਜ਼ ਨੀਡ ਫॉर ਅਨਦਰ ਇੰਟਰਵਿਊ, ਫਿਰ ਟਾਈਮ ਫਿਕਸ ਕਰਨਾ ਜੇਕਰ ਹੋਰ ਇੰਟਰਵਿਊ ਦੀ ਜ਼ਰੂਰਤ ਪੈ ਰਹੀ ਹੈ, ਮੀਨਸ ਕਿ ਜੇਕਰ ਜਿਹੜਾ ਕਾਉਂਸਲੀ ਉਹ ਸੈਟਿਸਫਾਈਡ ਨਹੀਂ ਹੋਇਆ। ਇੰਟਰਵਿਊ ਸ਼ੁੱਡ ਸੀ ਦੈਟ ਹੀ ਹੈਜ਼ ਰਿਕਾਰਡਡ ਆਲ ਦ ਨੈਸੈਸਰੀ ਫੈਕਟਸ ਸੋ ਦੈਟ ਹੀ ਕੈਨ ਪ੍ਰਪੇਅਰ ਅ ਰਿਪੋਰਟ, ਮੀਨਸ ਇਹ ਦੇਖਣਾ ਕਿ ਜੋ ਸਾਨੂੰ ਇੰਪੋਰਟੈਂਟ ਇਨਫੋਰਮੇਸ਼ਨ ਚਾਹੀਦੀ ਸੀ ਉਹ ਅਸੀਂ ਨੇ ਡਾਟਾ ਕਲੈਕਟ ਕਰ ਲਿਆ ਜਾਂ ਨਹੀਂ। ਇਵੈਲਿਊਏਸ਼ਨ ਐਂਡ ਫੋਲੋਅਪ, ਦੈਨ ਜਦੋਂ ਇੰਟਰਵਿਊ ਖਤਮ ਹੋ ਜਾਂਦੀ ਹੈ ਤਾਂ ਅਸੀਂ ਉਹਨੂੰ ਇਵੈਲਿਊਏਟ ਵੀ ਕਰਨਾ ਹੈ ਅਤੇ ਉਹਨੂੰ ਫੋਲੋਅਪ ਵੀ ਕਰਨਾ ਹੈ। ਇਵੈਲਿਊਏਸ਼ਨ ਦਾ ਮਤਲਬ ਤਾਂ ਜੋ ਅਸੀਂ ਇਹ ਦੇਖ ਸਕੀਏ ਕਿ ਜੋ ਅਸੀਂ ਸਲਾਹ ਕਹਿ ਲਓ, ਗਾਈਡੈਂਸ ਕਹਿ ਲਓ, ਸੁਜੈਸ਼ਨਸ ਕਹਿ ਲਓ ਕਾਉਂਸਲੀ ਨੂੰ ਪ੍ਰੋਵਾਈਡ ਕੀਤੇ ਗਏ ਨੇ ਕਾਉਂਸਲਰ ਵੱਲੋਂ, ਕੀ ਉਹ ਉਹਦੇ ਲਈ ਸਿਊਟੇਬਲ ਨੇ, ਕੀ ਉਹਦੇ ਅਕੋਰਡਿੰਗ ਉਹਦੀ ਜਿਹੜੀ ਪ੍ਰੋਬਲਮ ਹੈ ਉਹ ਸੋਲਵ ਹੋ ਪਾਏਗੀ ਜਾਂ ਉਹ ਫਿਊਚਰ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਫੇਸ ਨਹੀਂ ਕਰੇਗਾ। ਹੁਣ ਇਹਦੇ ਵਿੱਚ
ਨੈਕਸਟ ਆ ਗਿਆ ਜਨਰਲ ਪ੍ਰਿੰਸੀਪਲਸ ਆਫ ਕਾਉਂਸਲਿੰਗ ਇੰਟਰਵਿਊ ਕਿ ਜਿਹੜੀ ਕਾਉਂਸਲਿੰਗ ਇੰਟਰਵਿਊ ਦੇ ਜਨਰਲ ਪ੍ਰਿੰਸੀਪਲਸ ਕਿਹੜੇ ਨੇ। ਫਰਸਟ ਹੈ ਐਸਟੈਬਲਿਸ਼ ਐਂਡ maintain rapport, let the client talk freely, do not criticize, do not argue with the client, serve as an understanding listener and not as an authoritarian। means ਉਹਦੇ ਉੱਪਰ ਕੋਈ ਅਸੀਂ ਜਿੱਦਾਂ ਕਿ ਕਹਿੰਦੇ ਆ ਜ਼ਬਰਦਸਤੀ ਨਹੀਂ ਕਰਨੀ, ਉਹਨੂੰ ਅਸੀਂ ਨੇ ਫਰੀडम ਦੇਣੀ ਹੈ ਗੱਲਬਾਤ ਕਰਨ ਦੀ। enable the client to understand the emotional needs, treat the conversation of the client in its context, beware of different values or feeling tones on the subject expressed। means ਧਿਆਨ ਰੱਖਣਾ ਕਿ ਕਿਸ ਤਰੀਕੇ ਦੀ ਟੋਨ ਦੇ ਵਿੱਚ ਗੱਲ ਕਰ ਰਹੇ ਸੀ। beware of what the client omits or tries to say but cannot। ਹੁਣ ਕਈ ਵਾਰ ਇਹ ਲੱਗਦਾ ਹੁੰਦਾ ਕਿ ਕਲਾਇੰਟ ਕੁਝ ਕਹਿਣਾ ਚਾਹੁੰਦਾ ਬਟ ਕੁਝ ਕਹਿ ਨਹੀਂ ਰਿਹਾ, ਤਾਂ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ। ਅਤੇ ਕੁਝ ਜਿਹੜੇ ਕੁਐਸਚਨ ਨੇ ਉਹ ਵੀ ਪੁੱਛੇ ਜਾ ਸਕਦੇ ਨੇ ਕਲਾਇੰਟ ਦੇ ਕੋਲੋਂ। means when the client seems to want to say something but finds it hard to do so। ਹੁਣ ਉੱਥੇ ਅਸੀਂ ਨੇ ਜਿਹੜੇ ਕੁਐਸਚਨ ਨੇ ਉਹ ਅਪਰੋਪਰੀਏਟ ਟਾਈਮ 'ਤੇ ਪੁੱਛਣੇ ਆ। when fear and anxiety are interfering with interview relationship, to direct the interview towards an omitted or incompletely discussed topic, to clarify, interpret or explain a matter only implicitly assumed, to give approval। ਨੈਕਸਟ ਹੈ ਸਬਜੈਕਟ ਮੈਟਰ ਕਵਰਡ ਡਿਊਰਿੰਗ ਇੰਟਰਵਿਊ। ਹੁਣ ਜਿਹੜਾ ਸਬਜੈਕਟ ਮੈਟਰ ਹੈ ਇੰਟਰਵਿਊ ਦੇ ਦੌਰਾਨ ਕਿਹੜਾ ਕਵਰ ਕੀਤਾ ਜਾਂਦਾ ਹੈ। ਦਾ ਪ੍ਰੋਬਲਮ ਔਰ ਰੀਜ਼ਨ ਫॉर ਕਮਿੰਗ ਫॉर ਇੰਟਰਵਿਊ, ਕਿ ਜਿਹੜਾ ਕਾਉਂਸਲੀ ਹੈ ਉਹ ਇੰਟਰਵਿਊ ਦੇ ਲਈ ਕਿਉਂ ਆਇਆ, ਉਹਦੀ ਪ੍ਰੋਬਲਮ ਦਾ ਕੀ ਰੀਜ਼ਨ ਸੀ। ਪ੍ਰੀਵੀਅਸ ਵਰਕ ਹਿਸਟਰੀ ਉਹਦੀ ਇਹਦੇ ਵਿੱਚ ਕਵਰ ਕੀਤੀ ਜਾਂਦੀ ਹੈ। ਐਜੂਕੇਸ਼ਨਲ ਹਿਸਟਰੀ, ਹੌਬੀਜ਼ ਅਤੇ ਜਿਹੜੀਆਂ ਐਵੋਕੇਸ਼ਨਲ ਅਤੇ ਰੀਕ੍ਰੀਏਸ਼ਨਲ ਦੀਆਂ ਐਕਟੀਵਿਟੀਜ਼ ਨੇ, ਉਹਦੇ ਇੰਟਰਸਟ, family situation and background, social activities, physical condition, self-evaluation of appearance, abilities and personality। Now advantages of counseling interview। it is the most flexible and dynamic way of understanding the individual as a whole। means ਇਹ ਬਹੁਤ ਹੀ flexible ਅਤੇ dynamic way ਹੈ ਜਿਹਦੇ ਨਾਲ ਅਸੀਂ ਕਾਉਂਸਲਿੰਗ ਨੂੰ ਅੰਡਰਸਟੈਂਡ ਕਰ ਸਕਦੇ ਹਾਂ। ਇਟ ਇਜ਼ ਨੈਚੁਰਲ ਲਾਈਕ ਕਨਵਰਸੇਸ਼ਨ। ਮੀਨਸ ਇਹਦੇ ਵਿੱਚ ਜੋ ਇੰਟਰਵਿਊ ਹੁੰਦੀ ਹੈ ਕਾਉਂਸਲਿੰਗ ਇੰਟਰਵਿਊ ਸਿਰਫ ਜਸਟ ਜਿਹੜੀ ਨੋਰਮਲ ਗੱਲਬਾਤ ਹੁੰਦੀ ਉਹਦੀ ਤਰ੍ਹਾਂ ਹੀ ਹੁੰਦਾ ਹੈ। ਇਟ ਕੈਨ ਬੀ ਯੂਜ਼ਡ ਫॉर ਵਰਾਇਟੀ ਆਫ ਪਰਪਜ਼ਸ। ਹੁਣ ਇਹ ਜਿਹੜੀ ਕਾਉਂਸਲਿੰਗ ਇੰਟਰਵਿਊ ਅਸੀਂ ਇਹਨੂੰ ਹੋਰ ਵੀ ਅਲੱਗ-ਅਲੱਗ ਪਰਪਜ਼ ਦੇ ਲਈ ਯੂਜ਼ ਕਰ ਸਕਦੇ ਹਾਂ। ਇਟ ਹੈਲਪਸ ਦਾ ਕਾਉਂਸਲੀ ਟੂ ਅੰਡਰਸਟੈਂਡ ਹਿਮਸੈਲਫ ਐਂਡ ਸੋਲਵ ਹਿਜ਼ ਪ੍ਰੋਬਲਮਸ। ਇਟ ਕੈਨ ਬੀ ਪ੍ਰੈਕਟਾਈਜ਼ਡ ਔਨ ਇਲਿਟਰੇਟ ਪਰਸਨਸ। ਹੁਣ ਜੋ ਅਨਪੜ੍ਹ ਵਿਅਕਤੀ ਹੁੰਦੇ ਨੇ ਅਸੀਂ ਉਹਨਾਂ ਦੇ ਉੱਪਰ ਵੀ ਇਹਨੂੰ ਅਪਲਾਈ ਕਰ ਸਕਦੇ ਹਾਂ। ਇੰਟਰਵਿਊ ਇਜ਼ ਰਿਲੇਟਿਵਲੀ ਈਜ਼ੀ ਟੂ ਕੰਡਕਟ। ਇਹਨੂੰ ਕੰਡਕਟ ਕਰਨਾ ਵੀ ਸੌਖਾ ਹੈ। ਨਾਓ ਲਿਮਿਟੇਸ਼ਨਸ ਆਫ ਕਾਉਂਸਲਿੰਗ ਇੰਟਰਵਿਊ, ਕਿ ਜਿਹੜੀ ਕਾਉਂਸਲਿੰਗ ਇੰਟਰਵਿਊ ਦੀਆਂ ਕੁਛ ਲਿਮਿਟੇਸ਼ਨਸ ਵੀ ਨੇ। ਫਸਟ ਹੈ ਇਟ ਇਜ਼ ਸਬਜੈਕਟਿਵ। ਸਬਜੈਕਟਿਵ ਮੀਨਸ ਇਹ ਵਿਅਕਤੀ ਕੇਂਦਰਿਤ ਹੋ ਜਾਂਦੀ ਹੈ, ਕਿਉਂਕਿ ਕਾਉਂਸਲਰ ਉਸ ਤਰ੍ਹਾਂ ਦੇ ਕੁਐਸਚਨ ਹੀ ਪੁੱਟ ਕਰੇਗਾ ਜਿਸ ਤਰ੍ਹਾਂ ਦੇ ਉਹਨੂੰ ਸੁਟੇਬਲ ਲੱਗ ਰਹੇ ਹੈ। ਇਟ ਇਜ਼ ਟਾਈਮ ਕੰਜ਼ਿਊਮਿੰਗ, ਇਹਦੇ ਵਿੱਚ ਟਾਈਮ ਵੀ ਜ਼ਿਆਦਾ ਵੇਸਟ ਹੁੰਦਾ ਹੈ। ਇਟ ਨੀਡਸ ਐਕਸਪਰਟ ਵਿਚ ਆਰ ਜਨਰਲੀ ਨਾਟ ਅਵੇਲੇਬਲ। ਸਾਨੂੰ ਐਕਸਪਰਟ ਦੀ ਜ਼ਰੂਰਤ ਪੈਂਦੀ ਹੈ ਜਿਹੜੇ ਕਿ ਸਾਡੇ ਕੋਲ ਅਵੇਲੇਬਲ ਨਹੀਂ ਹੁੰਦੇ। ਇਟ ਇਜ਼ ਪਲੇਸਡ ਇਨ ਐਨ ਆਰਟੀਫਿਸ਼ੀਅਲ ਸਿਚੁਏਸ਼ਨ, ਕਿਉਂਕਿ ਇਹਦੇ ਲਈ ਕਿ ਜਿਹੜੀ ਆਰਟੀਫਿਸ਼ੀਅਲ ਸਿਚੁਏਸ਼ਨ ਉਹ ਕ੍ਰੀਏਟ ਕਰਨੀ ਪੈਂਦੀ ਹੈ। ਇਸ ਕਰਕੇ ਵੀ ਜਿਹੜੀ ਕਾਉਂਸਲਿੰਗ ਇੰਟਰਵਿਊ ਸਹੀ ਤਰੀਕੇ ਨਾਲ ਨਹੀਂ ਹੋ ਪਾਉਂਦੀ। ਡਿਗਰੈਸ਼ਨ ਮੇ ਟੇਕ ਪਲੇਸ ਡਿਊਰਿੰਗ ਦਾ ਇੰਟਰਵਿਊ ਐਂਡ ਸਪੋਇਲ ਆਵਰ ਰਿਜ਼ਲਟਸ। ਹੁਣ ਕਈ ਵਾਰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਜਿਹਦੇ ਨਾਲ ਕਿ ਜੋ ਰਿਜ਼ਲਟ ਅਸੀਂ ਸੋਚਿਆ ਸੀ ਕਿ ਆਏਗਾ ਜਾਂ ਅਸੀਂ ਇਸ ਤਰੀਕੇ ਦੀ ਹੈਲਪ ਉਹਨੂੰ ਦੇਣਾ ਚਾਹੁੰਦੇ ਹਾਂ ਤਾਂ ਉਹ ਨਹੀਂ ਹੋ ਪਾਉਂਦਾ। ਸਮਟਾਈਮਸ ਇਟ ਇਜ਼ ਡਿਫੀਕਲਟ ਟੂ ਇੰਟਰਪ੍ਰੈਟ ਦ ਰਿਜ਼ਲਟਸ ਆਫ ਐਨ ਇੰਟਰਵਿਊ। ਹੁਣ ਕਈ ਵਾਰ ਜਿਹੜੇ ਰਿਜ਼ਲਟ ਨੇ ਇੰਟਰਵਿਊ ਦੇ ਉਹਨਾਂ ਨੂੰ ਇੰਟਰਪ੍ਰੈਟ ਇੰਟਰਪ੍ਰੈਟ ਮੀਨਸ ਉਹਨਾਂ ਦੀ ਵਿਆਖਿਆ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਦੈਨ ਕਨਕਲੂਜਨ, ਟੂ ਕਨਕਲੂਡ ਵੀ ਕੈਨ ਸੇ ਦਾ interview is essential in counseling as it has some limitations. It must be supplemented by other techniques। Dear students, AC counseling interview ਦੇ ਨਾਲ related complete topic। Thanks for watching।